ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਦੇ ਲਈ ਵੋਟਾਂ ਬਣਾਉਣ ਦਾ ਕੰਮ ਜਾਰੀ ਹੈ। ਪਰ ਵੋਟਾਂ ਬਣਾਉਣ ਦੇ ਵਿੱਚ ਪੰਜਾਬ ਦੇ ਵਿੱਚ ਰਹਿੰਦੇ ਸਿੱਖ ਭਾਈਚਾਰੇ ਵੱਲੋਂ ਬਹੁਤੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਇਸ ਦਾ ਸਭ ਤੋਂ ਵੱਡਾ ਕਾਰਨ ਅਗਿਆਨਤਾ ਵੀ ਹੋ ਸਕਦਾ ਹੈ, ਇਸ ਦਾ ਸਭ ਤੋਂ ਵੱਡਾ ਕਾਰਨ ਪ੍ਰਚਾਰ ਦੀ ਘਾਟ ਵੀ ਹੋ ਸਕਦਾ ਹੈ। ਸੋ ਅੱਜ ਇਸ ਸੰਬੰਧੀ ਤੁਹਾਡੇ तमाम ਤਰ੍ਹਾਂ ਦੇ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਆਉਂਦੇ ਉਹ ਵਿਚਾਰ ਜਿਹੜੇ ਕਿ ਇਹਨਾਂ ਵੋਟਾਂ ਨਾਲ ਸੰਬੰਧਿਤ ਨੇ ਕਿ ਵੋਟ ਕਿਵੇਂ ਬਣ ਸਕਦੀ ਹੈ, ਵੋਟ ਕਿਸ ਕਿਸ ਦੀ ਬਣ ਸਕਦੀ ਹੈ, ਵੋਟ ਬਣਾਉਣੀ ਕਿਉਂ ਜ਼ਰੂਰੀ ਹੈ, ਉਹ ਸਾਰੇ ਹੀ ਸਵਾਲਾਂ ਦੇ ਜਵਾਬ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਆਖਰੀ ਤਰੀਕ 15 ਨਵੰਬਰ ਮਿੱਥੀ ਗਈ ਹੈ। ਹਾਲਾਂਕਿ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਗੱਲ ਤੇ ਇਤਰਾਜ਼ ਜਤਾ ਚੁੱਕੀ ਹੈ ਕਿ ਵੋਟਾਂ ਬਣਾਉਣ ਦਾ ਟਾਈਮ ਪੀਰੀਅਡ ਹੈ ਜਿਹੜਾ ਉਹ ਬਹੁਤ ਘੱਟ ਦਿੱਤਾ ਗਿਆ। ਉਹ ਵੀ ਟਾਈਮ ਉਦੋਂ ਦਿੱਤਾ ਗਿਆ ਜਦੋਂ ਦਿਨ ਤਿਉਹਾਰ ਨੇ, ਜਦੋਂ ਵਾਢੀ ਦਾ ਸੀਜ਼ਨ ਚੱਲ ਰਿਹਾ। ਅਜਿਹੇ ਦੇ ਵਿੱਚ ਇਹ ਟਾਈਮ ਵਧਾਉਣ ਦੀ ਵਾਰ-ਵਾਰ ਮੰਗ ਵੀ ਕੀਤੀ ਗਈ, ਪਰ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੇ ਟਾਈਮ ਦੇ ਵਿੱਚ ਮਿਆਦ ਵਧਾਉਣ ਦੀ ਗੱਲ ਨਹੀਂ ਆਈ ਹੈ। ਸੋ ਇਸ ਕਰਕੇ ਸਾਰੇ ਹੀ ਲੋਕਾਂ ਨੂੰ ਵੱਧ ਤੋਂ ਵੱਧ ਅਪੀਲ ਕੀਤੀ ਜਾਂਦੀ ਹੈ, ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹ ਵੋਟ ਜ਼ਰੂਰ ਬਣਾਈ ਜਾਵੇ। ਜਦੋਂ ਵੀ ਅਸੀਂ ਪ੍ਰਬੰਧਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕਦੇ ਹਾਂ, ਕਿੰਤੂ ਪਰੰਤੂ ਕਰਦੇ ਹਾਂ ਕਿ ਫਲਾਣੀ ਪਾਰਟੀ ਠੀਕ ਨਹੀਂ ਪ੍ਰਬੰਧ ਕਰ ਰਹੀ, ਫਲਾਣਾ ਪ੍ਰਧਾਨ ਠੀਕ ਪ੍ਰਬੰਧ ਨਹੀਂ ਕਰ ਰਿਹਾ, ਗੁਰਦੁਆਰਿਆਂ ਦੇ ਵਿੱਚ ਆਹ ਨਹੀਂ ਹੋ ਰਿਹਾ, ਗੁਰਦੁਆਰਾ ਪ੍ਰਬੰਧਾਂ 'ਚ ਸੁਧਾਰ ਦੀ ਲੋੜ ਹੈ। ਤੇ ਜਦੋਂ ਹੁਣ ਮੌਕਾ ਹੈ ਕਿ ਤੁਸੀਂ ਆਪਣੀ ਵੋਟ ਬਣਵਾਓ, ਵੋਟ ਹੱਕ ਦਾ ਇਸਤੇਮਾਲ ਕਰਕੇ ਜਿਹੜਾ ਤੁਹਾਨੂੰ ਚੰਗਾ ਲੱਗੇ ਉਸ ਨੂੰ ਵੋਟ ਪਾਓ, ਤੇ ਅਸੀਂ ਆਪਣੀ ਵੋਟ ਹੀ ਨਹੀਂ ਬਣਾ ਰਹੇ। ਜੇ ਤੁਸੀਂ ਵੋਟ ਆਪਣੀ ਨਹੀਂ ਬਣਾ ਰਹੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਤੁਸੀਂ ਆਪਣੀ ਵੋਟ ਨਹੀਂ ਬਣਾ ਰਹੇ, ਤਾਂ ਤੁਹਾਨੂੰ ਇਹ ਅਧਿਕਾਰ ਨਹੀਂ ਰਹਿ ਜਾਂਦਾ ਕਿ ਤੁਸੀਂ ਸਵਾਲ ਚੁੱਕੋ ਉਸ ਪ੍ਰਬੰਧਨ ਤੇ ਜਿਸ ਪ੍ਰਬੰਧਨ ਨੂੰ ਲੋਕਾਂ ਨੇ ਵੋਟ ਪਾ ਕੇ ਚੁਣਿਆ ਹੋਵੇ। ਸੋ ਇਸੇ ਕਰਕੇ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਲੋਕ ਨੇ ਜਿਹੜੇ ਉਹ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ। ਪਰ ਵੋਟ ਹੱਕ ਦਾ ਇਸਤੇਮਾਲ ਤਾਂ ਹੀ ਹੋ ਪਾਏਗਾ ਜੇ ਤੁਹਾਡੀ ਵੋਟ ਬਣੀ ਹੋਏਗੀ। ਸੋ ਇੱਕ ਇੱਕ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਵੇਂ ਤੁਸੀਂ ਵੋਟ ਬਣਵਾ ਸਕਦੇ ਹੋ, ਕਿਉਂ ਹੈ ਜ਼ਰੂਰੀ। ਸਭ ਤੋਂ ਪਹਿਲਾਂ 15 ਨਵੰਬਰ ਆਖਰੀ ਤਰੀਕ ਹੈ, ਉਸ ਤੋਂ ਪਹਿਲਾਂ ਤੁਹਾਨੂੰ ਵੋਟ ਬਣਾਉਣੀ ਬੜੀ ਜ਼ਰੂਰੀ ਹੈ। ਇਹ ਫਾਰਮ ਮਿਲਣਗੇ ਕਿੱਥੋਂ? ਵੈਸੇ ਤਾਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੇ ਇਹ ਕਿਹਾ ਹੋਇਆ ਕਿ ਹਰ ਸਰਕਾਰੀ ਦਫ਼ਤਰ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਇਹ ਡਿਊਟੀ ਲਗਾਈ ਗਈ ਹੈ ਕਿ ਇਹ ਫਾਰਮ ਮੁਹੱਈਆ ਕਰਵਾਏ ਜਾਣ, ਘਰ ਘਰ ਲੋਕਾਂ ਨੂੰ ਮੁਹੱਈਆ ਕਰਵਾਏ ਜਾਣ। ਪਰ ਬਹੁਤੀਆਂ ਥਾਵਾਂ ਤੇ ਇਹ ਫਾਰਮ ਨਹੀਂ ਮੁਹੱਈਆ ਕਰਾਏ ਗਏ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਇਹ ਫਾਰਮ ਡਾਊਨਲੋਡ ਕਰ ਸਕਦੇ ਹੋ। ਡਾਊਨਲੋਡ ਕਰਨ ਤੋਂ ਬਾਅਦ ਇਸ ਦਾ ਪ੍ਰਿੰਟ ਕੱਢ ਕੇ ਤੁਸੀਂ ਇਹ ਫਾਰਮ ਭਰ ਕੇ ਇਹ ਪਟਵਾਰੀ ਆਪਣੇ ਇਲਾਕੇ ਦੇ ਪਟਵਾਰੀ ਨੂੰ ਦੇ ਸਕਦੇ ਹੋ, ਜਿਸ ਤੋਂ ਬਾਅਦ ਸਕਰੂਟਨੀ ਹੋਣ ਤੋਂ ਬਾਅਦ ਤੁਹਾਡੀ ਵੋਟ ਬਣ ਜਾਏਗੀ। ਹੁਣ ਇਹ ਵੋਟ ਬਣਾਉਣ ਦੇ ਲਈ ਸ਼ਰਤਾਂ ਕੀ ਨੇ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਇਹ ਫਾਰਮ ਭਰਨਾ ਕਿਉਂ ਜ਼ਰੂਰੀ ਹੈ ਇਹ ਸੁਣ ਲਓ ਪਹਿਲਾਂ। ਇਹ ਫਾਰਮ ਭਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਤੁਹਾਡੇ ਵੋਟ ਹੱਕ ਦਾ ਇਸਤੇਮਾਲ ਇਸ ਫਾਰਮ ਤੋਂ ਭਰਨ ਤੋਂ ਬਾਅਦ, ਵੋਟ ਬਣਨ ਤੋਂ ਬਾਅਦ ਹੀ ਕਰ ਸਕੋਗੇ। ਆਮ ਲੋਕਾਂ ਨੂੰ ਇਹ ਭੁਲੇਖਾ ਰਹਿੰਦਾ ਕਿ ਜੇ ਉਹਨਾਂ ਦਾ ਵੋਟਰ ਆਈਡੀ ਕਾਰਡ ਬਣਿਆ ਹੋਇਆ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੌਰਾਨ ਵੋਟਰ ਆਈਡੀ ਕਾਰਡ ਬਣਾ ਕੇ ਦਿਖਾ ਕੇ ਜਿਹੜੀ ਉਹ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਲੈਣਗੇ, ਪਰ ਅਜਿਹਾ ਨਹੀਂ ਹੈ। ਇਸ ਦੇ ਲਈ ਤੁਹਾਨੂੰ ਇਹ ਫਾਰਮ ਭਰਨਾ ਜ਼ਰੂਰੀ ਹੈ ਔਰ ਇਸ ਫਾਰਮ ਨੂੰ ਭਰਨ ਤੋਂ ਬਾਅਦ ਤੁਹਾਡੀ ਵੋਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਬਣੇਗੀ। ਇੱਕ ਸਵਾਲ ਇਹ ਵੀ ਆਉਂਦਾ ਕਿ ਕੀ ਪੁਰਾਣਾ ਵੋਟਰ ਆਈਡੀ ਕਾਰਡ ਹੈ ਜਿਹੜਾ ਉਹ ਚੱਲ ਸਕਦਾ ਹੈ? ਤਾਂ ਬਹੁਤੀਆਂ ਥਾਵਾਂ ਤੇ ਇਹ ਦੇਖਣ ਨੂੰ ਆਇਆ ਕਿ ਉਹ ਵੋਟਰ ਆਈਡੀ ਕਾਰਡ ਨਹੀਂ ਚੱਲਦਾ। ਤੁਹਾਨੂੰ ਸਪੈਸ਼ਲ ਆਈਡੀ ਕਾਰਡ ਹੈ ਜਿਹੜਾ ਉਹ ਬਣਵਾਉਣਾ ਪੈਂਦਾ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਦੇ ਦੌਰਾਨ। ਆਮ ਚੋਣਾਂ, ਜਨਰਲ ਚੋਣਾਂ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਉਹ ਅੰਤਰ ਕੀ ਹੈ ਉਹ ਤੁਹਾਨੂੰ ਦੱਸ ਦਿੰਦੇ ਹਾਂ। ਉਹ ਅੰਤਰ ਇਹ ਹੈ ਕਿ ਕੁਝ ਸ਼ਰਤਾਂ ਨੇ, ਉਹ ਸ਼ਰਤਾਂ ਆਮ ਚੋਣਾਂ ਤੇ ਲਾਗੂ ਨਹੀਂ ਹੁੰਦੀਆਂ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਉਹ ਸ਼ਰਤਾਂ ਲਾਗੂ ਹੁੰਦੀਆਂ ਨੇ। ਸਿਰਫ ਤੇ ਸਿਰਫ ਕੇਸਾਧਾਰੀ ਸਿੱਖ ਹੀ ਵੋਟ ਪਾ ਸਕਦਾ ਤੇ ਉਸੇ ਦੀ ਹੀ ਵੋਟ ਬਣ ਸਕਦੀ ਹੈ। ਦੂਜਾ, ਉਹ ਸਿੱਖ ਜਿਹੜਾ ਆਪਣੀ ਦਾੜੀ ਨਾ ਕੱਟਦਾ ਹੋਵੇ, ਆਪਣੇ ਕੇਸ ਨਾ ਕੱਟਦਾ ਹੋਵੇ, ਨਾ ਕਲੀਨ ਸ਼ੇਵਨ ਹੋਵੇ, ਸੋ ਉਹ ਜਿਹੜਾ ਗੁਰਸਿੱਖ ਹੈ ਉਸ ਦੀ ਵੋਟ ਬਣ ਸਕਦੀ ਹੈ। ਕਿਸੇ ਵੀ ਰੂਪ ਦੇ ਵਿੱਚ ਧੂਮਰਪਾਨ, ਤੰਬਾਕੂ ਦਾ ਸੇਵਨ ਨਾ ਕਰਦਾ ਹੋਵੇ, ਕੁੱਠਾ ਹਲਾਲ ਮਾਸ ਦਾ ਸੇਵਨ ਨਾ ਕਰਦਾ ਹੋਵੇ ਜਾਂ ਕਰਦੀ ਹੋਵੇ, ਉਸ ਦੀ ਵੋਟ ਬਣ ਸਕਦੀ ਹੈ। ਇਸ ਤੋਂ ਇਲਾਵਾ ਸ਼ਰਾਬ ਨਾ ਪੀਂਦਾ ਹੋਵੇ, ਨਾ ਪੀਂਦੀ ਹੋਵੇ, ਉਸ ਦੀ ਵੋਟ ਬਣ ਸਕਦੀ ਹੈ। ਉਹ ਪਤਿਤ ਨਾ ਹੋਵੇ ਕਿਸੇ ਵੀ ਤਰ੍ਹਾਂ ਦੇ ਨਾਲ। ਇਹ ਨਹੀਂ ਹੈ ਕਿ ਤੁਸੀਂ ਕੇਸ ਰੱਖੇ ਹੋਏ ਨੇ, ਦਸਤਾਰ ਸਜਾਉਂਦੇ ਹੋ, ਪਰ ਦਾੜੀ ਕੱਟੀ ਹੋਈ ਹੈ ਤਾਂ ਉਹ ਪਤਿਤ ਦੀ ਕੈਟਾਗਰੀ ਦੇ ਵਿੱਚ ਆ ਜਾਂਦਾ, ਤਾਂ ਉਸ ਦੀ ਵੋਟ ਨਹੀਂ ਬਣ ਸਕਦੀ। ਇਹ ਕੁਝ ਸ਼ਰਤਾਂ ਨੇ ਜਿਨ੍ਹਾਂ ਸ਼ਰਤਾਂ ਤੇ ਜੇ ਤੁਸੀਂ ਖਰੇ ਉਤਰਦੇ ਹੋ ਤਾਂ ਤੁਹਾਡੀ ਵੋਟ ਬਣ ਜਾਏਗੀ। ਸੋ ਇਸ ਕਰਕੇ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ, ਇੱਕ ਵਾਰ ਫਿਰ ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਵੋਟ ਜ਼ਰੂਰ ਬਣਾਓ। ਇਹ ਸਭ ਤੋਂ ਵੱਡਾ ਹੱਕ ਹੈ ਸਾਡਾ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਹੁਤ ਲੰਬੇ ਸਮੇਂ ਬਾਅਦ ਹੋ ਰਹੀਆਂ ਨੇ, ਸੋ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਸਾਨੂੰ ਇਹ ਵੋਟਾਂ ਜ਼ਰੂਰ ਬਣਵਾਉਣੀਆਂ ਚਾਹੀਦੀਆਂ ਨੇ। ਹਰ ਪਿੰਡ, ਕਸਬੇ, ਸ਼ਹਿਰ ਦੇ ਵਿੱਚ ਇਹ ਵੋਟਾਂ ਬਣ ਰਹੀਆਂ ਨੇ। ਬੜਾ ਸਰਲ ਤਰੀਕਾ ਤੁਹਾਨੂੰ ਦੱਸ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਤੇ ਜਾਓ, ਉੱਥੋਂ ਫਾਰਮ ਡਾਊਨਲੋਡ ਕਰੋ, ਭਰ ਕੇ ਆਪਣੀ ਵੋਟ ਬਣਾ ਸਕਦੇ ਹੋ। ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਫਾਰਮ ਡਾਊਨਲੋਡ ਕਰਕੇ ਆਪਣਾ ਭਰ ਕੇ ਪਟਵਾਰੀ ਨੂੰ ਦੇ ਸਕਦੇ ਹੋ, ਜਿਸ ਤੋਂ ਬਾਅਦ ਤੁਹਾਡੀ ਵੋਟ ਬਣ ਜਾਏਗੀ। ਸੋ ਜੇ ਤੁਹਾਨੂੰ ਲੱਗਦਾ ਹੈ ਕਿ ਗੁਰਦੁਆਰਾ ਪ੍ਰਬੰਧਕ ਤੇ ਤੁਹਾਡਾ ਹੱਕ ਹਕੂਕ ਹੋਣਾ ਚਾਹੀਦਾ ਹੈ, ਤੁਸੀਂ ਆਪਣੀ ਵੋਟ ਹੱਕ ਦਾ ਇਸਤੇਮਾਲ ਸਹੀ ਢੰਗ ਦੇ ਨਾਲ ਕਰਨਾ ਚਾਹੁੰਦੇ ਹੋ, ਤਾਂ ਵੋਟ ਜ਼ਰੂਰ ਬਣਾਓ।